ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਨਾਨਕ ਦੇਵ ਆਪ ਉਪਾਇਆ। ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ। ਗੁਰ ਸਿੱਖ ਹੈ ਗੁਰ ਅਮਰ ਸਤਿਗੁਰ ਭਾਇਆ। ਰਾਮਦਾਸ ਗੁਰ ਸਿੱਖ ਗੁਰ ਸਦਵਾਇਆ। ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ। ਗੁਰ ਸਿੱਖ ਹਰਿ ਗੋਬਿੰਦ ਨਾ ਲੁਕੈ ਲੁਕਾਇਆ। ਗੁਰ ਸਿੱਖ ਹਰਿ ਗੋਬਿੰਦ ਨਾ ਲੁਕੈ ਲੁਕਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੋਤੀ ਸਵੈਰੂਪ ਜੁਗੋ ਜੁਗ ਅਟਲ। ਜ਼ਬਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਅੱਜ 20ਵੀਂ ਵਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਵਾਰ ਦੇ ਅੰਦਰ ਗੁਰਮੁਖ ਦੀ ਮਹਿਮਾ, ਗੁਰੂ ਦੀਆਂ ਸਿਫਤਾਂ ਕਰਦੇ ਹੈ ਔਰ ਗੁਰਮੁਖ ਦੀ ਸ੍ਰੇਸ਼ਟ ਕਰਨੀ ਦਾ ਜ਼ਿਕਰ ਕਰਦੇ ਹਨ। ਸੋ ਸਭ ਤੋਂ ਪਹਿਲੀ ਪੌੜੀ ਭਾਈ ਗੁਰਦਾਸ ਜੀ ਨੇ ਮੰਗਲਾਚਰਨ ਦੀ ਉਚਾਰੀ ਹੈ, ਜਿਸ ਦੇ ਵਿੱਚ ਦੱਸਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਗੁਰੂ ਰੂਪ ਪ੍ਰਗਟ ਹੋਏ ਹੈ। ਬਾਕੀ ਜਿੰਨੇ ਵੀ ਗੁਰੂ ਸਾਹਿਬ ਹਨ ਸਾਰੇ ਪਹਿਲਾਂ ਗੁਰਸਿੱਖ ਬਣੇ ਹੈ, ਗੁਰਸਿੱਖੀ ਦੀ ਕਮਾਈ ਕੀਤੀ ਹੈ, ਫਿਰ ਗੁਰੂ ਹੋਏ ਹੈ, ਫਿਰ ਉਹਨਾਂ ਨੇ ਗੁਰੂ ਸਦਵਾਇਆ, ਪਹਿਲਾਂ ਸਿੱਖੀ ਦੀ ਕਮਾਈ ਕੀਤੀ ਹੈ। ਸੋ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਉਹ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਨਾਨਕ ਦੇਵ ਆਪ ਉਪਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵਾਹਿਗੁਰੂ ਨੇ ਆਪ ਉਪਾਇਆ ਦਾ ਅਰਥ ਆਪ ਪੈਦਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਰੂਪ ਸੰਸਾਰ ਦੇ ਵਿੱਚ ਪ੍ਰਗਟ ਹੋਏ ਹੈ। ਸਤਿਗੁਰੂ ਨੇ ਇੱਥੇ ਆ ਕੇ ਕਿਸੇ ਨੂੰ ਗੁਰੂ ਨਹੀਂ ਧਾਰਿਆ। ਮਹਾਰਾਜ ਜੀ ਕਿਸੇ ਦੇ ਸਿੱਖ ਨਹੀਂ ਬਣੇ। ਧੁਰੋਂ ਦਰਗਾਹੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਆਏ ਹੈ। ਅਕਾਲ ਪੁਰਖ ਪਰਮਾਤਮਾ ਨੇ ਆਪ ਸਤਿਗੁਰੂ ਨੂੰ ਪੈਦਾ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਜੀ ਨੇ ਆਪਣਾ ਸਿੱਖ ਬਣਾਇਆ ਅਤੇ ਸਾਰੇ ਬਾਕੀ ਗੁਰੂ ਜਿੰਨੇ ਵੀ ਹੈ ਪਹਿਲਾਂ ਗੁਰੂ ਬਣੇ ਹੈ, ਫਿਰ ਉਹ ਸਿੱਖ ਹੋਏ ਹੈ। ਸਿੱਖੀ ਤੋਂ ਬਿਨਾਂ ਗੁਰਿਆਈ ਕਿਸੇ ਨੂੰ ਨਹੀਂ ਮਿਲੀ। ਸਤਿਗੁਰ ਨਾਨਕ ਦੇਵ ਆਪ ਉਪਾਇਆ।
ਵਾਹਿਗੁਰੂ ਨੇ ਆਪ ਹੀ ਗੁਰੂ ਰੂਪ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕੀਤਾ ਹੈ। ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ। ਫਿਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਬਣੇ ਹੈ। ਗੁਰ ਅੰਗਦ ਗੁਰ ਸਿੱਖ ਬਬਾਣੇ ਆਇਆ ਅਤੇ ਗੁਰੂ ਬਾਬੇ ਦੀ ਸ਼ਰਨ ਆਏ ਗੁਰੂ ਅੰਗਦ ਦੇਵ ਜੀ। ਪਹਿਲਾ ਨਾਮ ਸੀ ਭਾਈ ਲਹਿਣਾ। ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ। ਸਤਿਗੁਰੂ ਨੇ ਪੁੱਛਿਆ ਸੀ ਨਾਂ ਕੀ ਹੈ? ਮਹਾਰਾਜ ਨਾਂ ਲਹਿਣਾ ਹੈ। ਮਹਾਰਾਜ ਕਹਿੰਦੇ ਤੂੰ ਲੈਣਾ ਤੇ ਅਸੀਂ ਦੇਣਾ। ਸੋ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਦੀ। ਭਾਈ ਲਹਿਣੇ ਤੋਂ ਗੁਰੂ ਨਾਨਕ ਦੇਵ ਜੀ ਨੇ ਅੰਗਾਂ ਨਾਲ ਲਾ ਕਰਕੇ ਗੁਰੂ ਅੰਗਦ ਬਣਾ ਦਿੱਤਾ। ਭਾਵ ਇਹ ਹੈ ਵੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਗੁਰਸਿੱਖੀ ਦੀ ਕਮਾਈ ਕੀਤੀ ਹੈ, ਫਿਰ ਬਬਾਣੇ ਆਇਆ, ਫਿਰ ਬਾਬੇ ਦੀ ਗੁਰੂ ਦੀ ਪੀੜ੍ਹੀ ਦੇ ਵਿੱਚ ਖਾਨਦਾਨ ਦੇ ਵਿੱਚ ਆਏ। ਦੂਜੇ ਥਾਂ 'ਤੇ ਗੁਰਤਾ ਗੱਦੀ ਪ੍ਰਾਪਤ ਹੋਈ। ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ੀ। ਸਿੱਖੀ ਦੀ ਕਮਾਈ ਕਰਕੇ ਗੁਰੂ ਬਣੇ ਹੈ। ਗੁਰ ਸਿੱਖ ਹੈ ਗੁਰੇ ਅਮਰ ਸਤਿਗੁਰ ਭਾਇਆ। ਤੀਸਰੇ ਗੁਰੂ ਅਮਰਦਾਸ ਜੀ ਗੁਰੂ ਦੇ ਸਿੱਖ ਹੋਏ ਹੈ। ਪਹਿਲਾਂ ਗੁਰੂ ਅਮਰਦਾਸ ਜੀ ਨੇ ਪਹਿਲਾਂ ਸਿੱਖੀ ਦੀ ਘਾਲ ਕਮਾਈ ਕੀਤੀ ਹੈ। ਸਤਿਗੁਰ ਭਾਇਆ, ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾ ਗਏ। ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਚੜ੍ਹੇ। ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਬਖਸ਼ੀ। ਗੁਰੂ ਅਮਰਦਾਸ ਮਹਾਰਾਜ ਜੀ ਪਹਿਲਾਂ ਗੰਗਾ ਦੀ ਯਾਤਰਾ ਜਾਇਆ ਕਰਦੇ ਸਨ। ਜਦੋਂ ਇੱਕ ਵਾਰ ਸਾਧੂ ਦਾ ਸੰਗ ਹੋਇਆ, ਉਹਨੇ ਸੁਭਾਵਿਕ ਗੱਲਾਂ ਕਰਦਿਆਂ ਜਦੋਂ ਰਾਤ ਉਹ ਘਰੇ ਰਿਹਾ, ਪੁੱਛ ਲਿਆ ਗੁਰੂ ਕੌਣ ਹੈ? ਤਾਂ ਬਾਬਾ ਅਮਰਦਾਸ ਨੇ ਕਿਹਾ ਮੈਂ ਅਜੇ ਗੁਰੂ ਨਹੀਂ ਧਾਰਿਆ, ਅਜੇ ਗੁਰੂ ਦੀ ਭਾਲ ਵਿੱਚ ਹਾਂ। ਅਤੇ ਉਹ ਸਾਧੂ ਇਹ ਗੱਲ ਕਹਿੰਦਾ ਹੋਇਆ ਚਲਿਆ ਗਿਆ ਵੀ ਮੈਂ ਨਿਗੁਰੇ ਦਾ ਸੰਗ ਕਰ ਲਿਆ, ਮੇਰਾ ਜਪ ਤਪ ਭ੍ਰਿਸ਼ਟ ਹੋ ਗਿਆ। ਉਹ ਤੋਂ ਬਾਅਦ ਫਿਰ ਬਾਬਾ ਅਮਰਦਾਸ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਹੈ। ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਰਹਿ ਕੇ 12 ਸਾਲ ਲਗਾਤਾਰ ਸੇਵਾ ਕਰਦੇ ਹੈ। ਹਰ ਤਰ੍ਹਾਂ ਦੀ ਸੇਵਾ ਕੀਤੀ। ਬਿਆਸ ਤੋਂ ਗਾਗਰ ਵਿੱਚ ਜਲ ਭਰ ਕੇ ਲਿਆਉਣਾ, ਸਤਿਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣਾ, ਬੜੀ ਲੰਮੀ ਘਾਲਣਾ ਕੀਤੀ ਹੈ। ਸੇਵਾ ਸਿਮਰਨ ਕੀਤਾ ਹੈ, ਗੁਰੂ ਦੇ ਹੁਕਮ ਨੂੰ ਮੰਨਿਆ। ਗੁਰੂ ਅਮਰਦਾਸ ਪਹਿਲਾਂ ਗੁਰਸਿੱਖ ਹੋਏ। ਸਤਿਗੁਰ ਭਾਇਆ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਭਾ ਗਏ, ਸਤਿਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਗਏ, ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ। ਫਿਰ ਗੁਰੂ ਬਣੇ ਹੈ। ਪਹਿਲਾਂ ਸਿੱਖੀ ਕਮਾਈ ਹੈ। ਰਾਮਦਾਸ ਗੁਰ ਸਿੱਖ ਗੁਰ ਸਦਵਾਇਆ। ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਪਹਿਲਾਂ ਗੁਰੂ ਦੇ ਸਿੱਖ ਹੋਏ, ਫਿਰ ਉਹਨਾਂ ਨੇ ਗੁਰੂ ਸਦਵਾਇਆ ਆਪਣੇ ਆਪ ਨੂੰ। ਗੁਰੂ ਅਮਰਦਾਸ ਮਹਾਰਾਜ ਸੰਸਾਰੀ ਰਿਸ਼ਤੇ ਵਿੱਚ ਸਤਿਗੁਰੂ ਦੇ ਜਵਾਈ ਲੱਗਦੇ ਆ। ਧੰਨ ਗੁਰੂ ਰਾਮਦਾਸ ਜੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਭਾਨੀ ਦਾ ਰਿਸ਼ਤਾ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਕੀਤਾ। ਵਿਆਹ ਹੋਣ ਤੋਂ ਬਾਅਦ ਵੀ ਗੁਰੂ ਰਾਮਦਾਸ ਮਹਾਰਾਜ ਜੀ ਬਹੁਤ ਭਾਵਨਾ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰ 'ਤੇ ਸੇਵਾ ਕਰਦੇ ਰਹੇ। ਗੋਇੰਦਵਾਲ ਦੀ ਧਰਤੀ 'ਤੇ ਰਾਮਦਾਸ ਗੁਰਸਿੱਖ। ਚੌਥੇ ਗੁਰੂ ਰਾਮਦਾਸ ਜੀ ਪਹਿਲਾਂ ਗੁਰਸਿੱਖ ਹੋਏ ਹੈ। ਗੁਰ ਸਦਵਾਇਆ ਅਤੇ ਗੁਰਸਿੱਖੀ ਦੀ ਕਮਾਈ ਕਰਕੇ ਜਦੋਂ ਸਿਖਰਾਂ 'ਤੇ ਪੁੱਜੇ, ਪਰਖ ਹੋਈ, ਪਰਖ ਦੇ ਵਿੱਚ ਪੂਰੇ ਉਤਰੇ, ਤਾਂ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ। ਫਿਰ ਗੁਰੂ ਰਾਮਦਾਸ ਜੀ ਨੇ ਗੁਰੂ ਸਦਵਾਇਆ ਆਪਣੇ ਆਪ ਨੂੰ। ਪਹਿਲਾਂ ਗੁਰਸਿੱਖ ਸਨ, ਸਿੱਖੀ ਕਮਾਈ। ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ। ਪੰਚਮ ਗੁਰੂ
ਗੁਰੂ ਅਰਜੁਨ ਦੇਵ ਜੀ ਮਹਾਰਾਜ ਗੁਰੂ ਦੇ ਸਿੱਖ ਹੋ ਕੇ ਪ੍ਰਗਟ ਹੋਏ ਹੈ। ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਹਨ ਗੁਰੂ ਅਰਜੁਨ ਦੇਵ ਜੀ, ਪਰ ਪੁੱਤਰ ਹੋਣ ਦਾ ਉਹਨਾਂ ਮਾਣ ਨਹੀਂ ਕੀਤਾ ਕਿ ਮੈਂ ਗੁਰੂ ਦਾ ਪੁੱਤਰ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਦਾ ਹਰ ਬਚਨ ਮੰਨਿਆ। ਬਾਬਾ ਪ੍ਰਿਥੀ ਚੰਦ ਜੀ ਨਾ ਕਰ ਦਿੰਦੇ ਸੀ, ਗੁਰੂ ਰਾਮਦਾਸ ਜੀ ਦਾ ਬਚਨ ਨਹੀਂ ਸੀ ਮੰਨਿਆ ਕਰਦੇ। ਬਾਬਾ ਮਹਾਦੇਵ ਜੀ ਮਸਤ ਸੁਭਾਅ ਦੇ ਸਨ। ਗੁਰੂ ਅਰਜੁਨ ਦੇਵ ਜੀ ਜੋ ਵੀ ਗੁਰੂ ਰਾਮਦਾਸ ਜੀ ਨੇ ਬਚਨ ਕਹਿਣਾ, ਸੀਸ ਝੁਕਾ ਕੇ ਉਸ ਨੂੰ ਮੰਨਣਾ। ਪਹਿਲਾਂ ਗੁਰਸਿੱਖ ਬਣੇ ਹੈ ਗੁਰੂ ਅਰਜੁਨ ਦੇਵ ਜੀ, ਗੁਰੂ ਦੀ ਸਿੱਖੀ ਕਮਾਈ ਹੈ, ਸਤਿਗੁਰੂ ਦੇ ਬਚਨ ਕਮਾਏ ਹੈ। ਗੁਰ ਅਰਜਨ ਗੁਰਸਿੱਖ ਪ੍ਰਗਟੀ ਆਇਆ। ਅਤੇ ਫਿਰ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ, ਗੁਰਤਾ ਗੱਦੀ ਦੀ ਦਾਤ ਬਖਸ਼ੀ। ਪੰਜਵੇਂ ਥਾਂ 'ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਗੁਰੂ ਬਣੇ ਹੈ, ਪ੍ਰਗਟ ਹੋਏ ਹੈ। ਗੁਰਸਿੱਖ ਹਰ ਗੋਵਿੰਦ ਨਾ ਲੁਕੈ ਲੁਕਾਇਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਗੁਰਸਿੱਖ ਬਣੇ, ਫਿਰ ਗੁਰੂ ਬਣੇ ਹੈ, ਨਾ ਲੁਕੈ ਲੁਕਾਇਆ। ਅਤੇ ਐਸੇ ਗੁਰੂ ਪ੍ਰਗਟ ਹੋਏ ਹੈ ਕਿਸੇ ਦੇ ਲੁਕਾਏ ਲੁਕ ਨਹੀਂ ਸਕਦੇ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਆਪ ਨੇ ਸੇਵਾ ਕੀਤੀ। 11 ਕੁ ਸਾਲਾਂ ਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਵਿੱਦਿਆ ਪੜ੍ਹੀ, ਸ਼ਸਤਰ ਵਿੱਦਿਆ ਸਿੱਖੀ, ਮਹਾਰਾਜ ਦਾ ਬਚਨ ਮੰਨਿਆ, ਗੁਰਸਿੱਖੀ ਦੀ ਕਮਾਈ ਕੀਤੀ, ਫਿਰ ਗੁਰੂ ਬਣੇ। ਅਤੇ ਐਸੇ ਗੁਰੂ ਪ੍ਰਗਟ ਹੋਏ ਕਿਸੇ ਦੇ ਲੁਕਾਇਆ ਨਹੀਂ ਲੁਕਦੇ। ਭਾਈ ਗੁਰਦਾਸ ਜੀ ਨੇ ਇਸ ਪਹਿਲੀ ਪੌੜੀ ਵਿੱਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਧੁਰੋਂ ਗੁਰੂ ਆਏ, ਬਾਕੀ ਗੁਰੂ ਸਾਹਿਬਾਨ ਪਹਿਲਾਂ ਸਿੱਖ ਬਣੇ ਹੈ, ਫਿਰ ਗੁਰੂ ਬਣੇ ਹੈ, ਸਿੱਖੀ ਕਮਾਈ ਹੈ। ਸਿੱਖੀ ਤੋਂ ਬਿਨਾਂ ਗੁਰਿਆਈ ਕਿਸੇ ਨੂੰ ਨਹੀਂ ਮਿਲੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੱਕ ਭਾਈ ਗੁਰਦਾਸ ਜੀ ਰਹੇ ਹੈ ਸਰੀਰ ਕਰਕੇ। ਇਸ ਲਈ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਛੇਵੇਂ ਪਾਤਸ਼ਾਹ ਤੱਕ ਦਾ ਜ਼ਿਕਰ ਆਵੇਗਾ, ਕਿਉਂਕਿ ਕਈ ਵਾਰਾਂ ਸੰਗਤਾਂ ਜੋ ਕਥਾ ਸੁਣਦੀਆਂ ਉਹਨਾਂ ਦੇ ਮਨ ਵਿੱਚ ਸ਼ੰਕਾ ਹੁੰਦਾ ਕਿ 6 ਗੁਰੂ ਸਾਹਿਬ ਤੱਕ ਦਾ ਹੀ ਜ਼ਿਕਰ ਹੈ, ਅਗਲੇ ਗੁਰੂਆਂ ਦਾ ਜ਼ਿਕਰ ਨਹੀਂ ਕੀਤਾ। ਤਾਂ ਉਹਨਾਂ ਦੀ ਗਿਆਤ ਵਾਸਤੇ ਹੈ ਵੀ ਛੇਵੇਂ ਪਾਤਸ਼ਾਹ ਤੱਕ ਭਾਈ ਗੁਰਦਾਸ ਸਾਹਿਬ ਜੀ ਰਹੇ ਹੈ। ਇਸ ਲਈ ਗੁਰੂ ਨਾਨਕ ਸਾਹਿਬ ਤੋਂ ਛੇਵੇਂ ਪਾਤਸ਼ਾਹ ਤੱਕ ਹੀ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹੈ, ਗੁਰਮੁਖ ਪਾਰਸ ਹੋਏ ਪੂਜ ਕਰਾਇਆ। ਗੁਰਮੁਖ ਆਪ ਪਾਰਸ ਹੋ ਕਰਕੇ ਅਤੇ ਗੁਰਸਿੱਖਾਂ ਦੀ ਪੂਜਾ ਕਰਵਾ ਦਿੰਦੇ ਹੈ। ਗੁਰਮੁਖ ਆਪ ਪਾਰਸ ਹਨ ਔਰ ਗੁਰਸਿੱਖਾਂ ਨੂੰ ਆਪਣੀ ਸੰਗਤ ਦੇ ਕੇ ਉਹਨਾਂ ਦੇ ਜੀਵਨ ਦੇ ਵਿੱਚ ਗੁਣਾਂ ਦੀ ਦਾਤ ਭਰ ਕੇ ਉਹਨਾਂ ਨੂੰ ਪੂਜਕ ਬਣਾ ਦਿੰਦੇ ਹੈ। ਲੋਕ ਫਿਰ ਉਹਨਾਂ ਗੁਰਸਿੱਖਾਂ ਦੇ ਅੱਗੇ ਸੀਸ ਝੁਕਾਉਂਦੇ ਹੈ, ਨਮਸਕਾਰਾਂ ਕਰਦੇ ਹੈ। ਅਸ਼ਟ ਧਾਤ ਇੱਕ ਧਾਤ ਜੋਤ ਜਗਾਇਆ। ਗੁਰਮੁਖ ਕੀ ਕਰਦੇ ਹੈ, 8 ਧਾਤਾਂ ਨੂੰ ਇੱਕ ਧਾਤ ਬਣਾ ਦਿੰਦੇ ਹੈ। ਜਿਵੇਂ ਪਾਰਸ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਨਾ, ਇਸੇ ਤਰ੍ਹਾਂ ਗੁਰਮੁਖ ਜਿਹੜੇ ਹੈ ਗੁਰੂ ਕੇ ਪਿਆਰੇ, ਉਹ 8 ਧਾਤਾਂ ਕਿਹੜੀਆਂ ਨੇ, 4 ਵਰਣ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਔਰ ਇਸੇ ਤਰ੍ਹਾਂ ਹੀ 4 ਮਜ਼ਹਬ ਜਿਹੜੇ ਹੈ, ਸ਼ੀਆ ਸੁੰਨੀ ਰਾਫਜੀ ਇਮਾਮ ਸਾਫੀ। ਸੋ ਇਹਨਾਂ 8 ਨੂੰ ਇੱਕ ਗੁਰਸਿੱਖ ਬਣਾ ਦਿੰਦੇ ਹੈ। ਜੋਤ ਜਗਾਇਆ, ਅਤੇ ਉਹਨਾਂ ਦੇ ਅੰਦਰ ਗੁਰ ਸ਼ਬਦ ਦੀ ਜੋਤ ਜਗਾ ਦਿੰਦੇ ਹੈ। 52 ਚੰਦਨ ਹੋਏ ਬਿਰਖ ਬੋਹਾਇਆ। ਗੁਰਮੁਖ 52 ਚੰਦਨ ਹੋ ਕਰਕੇ ਹੋਰਾਂ ਦਰਖਤਾਂ ਨੂੰ ਸੁਗੰਧਿਤ ਕਰ ਦਿੰਦੇ ਹੈ। ਜਿਵੇਂ 52 ਚੰਦਨ ਹੁੰਦਾ, ਉਹ ਸਿਮਲ ਨੂੰ ਵੀ, ਨਿੰਮ ਨੂੰ ਵੀ, ਅਰਿੰਡ ਨੂੰ, ਹੋਰ ਜਿੰਨੀ ਬਨਸਪਤੀ ਹੈ ਸਾਰਿਆਂ ਨੂੰ ਸੁਗੰਧਿਤ ਕਰ ਦਿੰਦਾ ਹੈ। ਸਿਰਫ ਇੱਕ ਵਾਂਸ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸੁਗੰਧਿਤ ਕਰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ 52 ਚੰਦਨ ਦੀ ਨਿਆਈ ਹੋ ਕਰਕੇ ਹੋਰ ਸਾਰੇ ਦਰਖਤ ਜਿਹੜੇ ਭਾਵ ਜਿਹੜੇ ਜਗਿਆਸੂ ਨੇ, ਹੋਰ ਲੋਕ ਨੇ, ਉਹਨਾਂ ਸਾਰਿਆਂ ਨੂੰ ਭਗਤੀ ਦੇ ਨਾਲ ਸੁਗੰਧਿਤ ਕਰ ਦਿੰਦਾ ਹੈ। ਗੁਰਸਿੱਖ ਸਿੱਖ ਗੁਰ ਹੋਏ
ਅਚਰਜ ਦਿਖਾਇਆ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਗੁਰ ਸਿੱਖ ਸਿੱਖ ਗੁਰ ਹੋਏ। ਪਹਿਲਾਂ ਗੁਰੂ ਬਣੇ ਹੈ, ਗੁਰਸਿੱਖੀ ਦੀ ਕਮਾਈ ਕੀਤੀ ਹੈ, ਤੇ ਫਿਰ ਸਿੱਖੋਂ ਗੁਰੂ ਹੋ ਕੇ ਅਸਚਰਜ ਕੌਤਕ ਦਿਖਾਏ ਹੈ। ਗੁਰ ਸਿੱਖ ਸਿੱਖ ਗੁਰ ਹੋਏ। ਪਹਿਲੋਂ ਗੁਰੂ ਦੇ ਸਿੱਖ ਬਣੇ ਤੇ ਫਿਰ ਉਹ ਸਿੱਖ ਗੁਰੂ ਬਣੇ ਹੈ। ਜਿਵੇਂ ਭਾਈ ਲਹਿਣਾ ਪਹਿਲਾਂ ਸਿੱਖ ਸੀ, ਫਿਰ ਗੁਰੂ ਬਣੇ। ਬਾਬਾ ਅਮਰਦਾਸ ਜੀ ਪਹਿਲਾਂ ਸਿੱਖ ਸੀ, ਫਿਰ ਗੁਰੂ ਬਣੇ। ਧੰਨ ਗੁਰੂ ਰਾਮਦਾਸ ਪਹਿਲਾਂ ਗੁਰੂ ਦੇ ਸਿੱਖ ਸੀ, ਫਿਰ ਗੁਰੂ ਬਣੇ। ਇਸ ਤਰ੍ਹਾਂ ਪਹਿਲਾਂ ਗੁਰਸਿੱਖ ਹੁੰਦੇ ਹੈ ਤੇ ਫਿਰ ਸਿੱਖ ਤੋਂ ਗੁਰੂ ਬਣਦੇ ਹੈ। ਗੁਰੂ ਹੋ ਕੇ ਅਚਰਜ ਦਿਖਾਇਆ, ਗੁਰੂ ਨੇ ਅਸਚਰਜ ਕੌਤਕ ਦਿਖਾਏ, ਅਥਵਾ ਇਹ ਅਸਚਰਜ ਖੇਡ ਜਗਤ ਨੂੰ ਦਿਖਾਈ ਹੈ। ਪਹਿਲਾਂ ਸਿੱਖ ਸੀ, ਚੇਲੇ ਸੀ, ਤੇ ਫਿਰ ਗੁਰੂ ਬਣ ਗਏ। ਜੋਤੀ ਜੋਤ ਜਗਾਏ, ਦੀਪ ਦੀਪਾਇਆ। ਭਾਈ ਗੁਰਦਾਸ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਹੈ, ਜੋਤੀ ਜੋਤ ਜਗਾਏ। ਕਹਿੰਦੇ ਜੋਤ ਤੋਂ ਜੋਤ ਜਗਾ ਦਿੱਤੀ। ਜਿਵੇਂ ਦੀਵੇ ਤੋਂ ਦੀਵਾ ਬਾਲ ਦਈਦਾ, ਦੀਵੇ ਤੋਂ ਦੀਵਾ ਜਗਾ ਦਈਦਾ ਹੈ। ਦੀਵੇ ਦੀ ਜੋਤ ਹੁੰਦੀ, ਉਹਦੇ ਤੋਂ ਜਿਹੜਾ ਬੁਝਿਆ ਹੋਇਆ ਦੀਵਾ ਹੈ ਉਹਦੀ ਜੋਤ ਜਗਾ ਦਈਦੀ ਹੈ। ਦੋ ਦੀਵੇ ਜਿਹੜੇ ਉਹ ਚਾਨਣ ਦਿੰਦੇ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜੋਤ ਤੋਂ ਜੋਤ ਜਗਾ ਦਿੱਤੀ। ਜਦੋਂ ਸਤਿਗੁਰੂ ਗੁਰਿਆਈ ਬਖਸ਼ਦੇ ਸੀ ਆਪਣੇ ਹੁੰਦਿਆਂ, ਤੇ ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਰਹਿੰਦੇ, ਤੇ ਹੁਣ ਦੋ ਗੁਰੂ ਨੇ ਸਾਹਮਣੇ, ਗੁਰੂ ਨਾਨਕ ਦੇਵ ਜੀ ਵੀ, ਗੁਰੂ ਅੰਗਦ ਦੇਵ ਜੀ। ਗੁਰੂ ਤਾਂ ਇੱਕ ਹੀ ਹੁੰਦਾ, ਜੋਤ ਇੱਕ ਹੈ, ਸਰੀਰ ਹੀ ਦੋ ਹਨ। ਇਹ ਅਸਚਰਜ ਕੌਤਕ ਸੰਸਾਰ ਨੂੰ ਦਿਖਾਇਆ ਹੈ ਸਤਿਗੁਰੂ ਨੇ। ਜਿਵੇਂ ਜੋਤ ਤੋਂ ਜੋਤ ਜਗਾਈ ਦੀ ਹੈ, ਦੀਵੇ ਤੋਂ ਦੀਵਾ ਜਗਾਇਆ ਜਾਂਦਾ, ਇਸ ਤਰ੍ਹਾਂ ਮਹਾਰਾਜ ਨੇ ਜੋਤ ਤੋਂ ਜੋਤ ਜਗਾ ਦਿੱਤੀ। ਗੁਰੂ ਜੋਤ ਸਿੱਖ ਦੇ ਹਿਰਦੇ ਵਿੱਚ ਮਹਾਰਾਜ ਨੇ ਜਗਾਈ, ਤੇ ਉਹ ਅੱਗੋਂ ਗੁਰੂ ਹੋਏ। ਨੀਰੈ ਅੰਦਰ ਨੀਰ ਮਿਲੈ ਮਿਲਾਇਆ। ਤੇ ਸਤਿਗੁਰੂ ਐਸੀ ਰਹਿਮਤ ਕਰਦੇ ਆ, ਜਿਵੇਂ ਪਾਣੀ ਦੇ ਵਿੱਚ ਮਿਲਾਇਆ ਪਾਣੀ ਮਿਲ ਜਾਂਦਾ ਨਾ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਿੱਖ ਦੀ ਜੋਤ ਨੂੰ, ਆਤਮਾ ਨੂੰ ਪਰਮਾਤਮਾ ਦੇ ਨਾਲ ਮੇਲ ਦਿੰਦੇ। ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦੇ ਹੈ, ਇਸੇ ਤਰ੍ਹਾਂ ਜੋ ਨੀਰ ਬ੍ਰਹਮ ਪਾਣੀ ਹੈ ਨਾ, ਉਹਦੇ ਵਿੱਚ ਗੁਰੂ ਸਾਹਿਬ ਜੀ ਮਿਹਰ ਕਰਕੇ ਸਿੱਖ ਨੂੰ ਮੇਲ ਦਿੰਦੇ ਹੈ। ਸਿੱਖ ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਕਿਉਂਕਿ ਬ੍ਰਹਮ ਕੀ ਹੈ? ਉਹ ਪਾਣੀ। ਔਰ ਜਿਹੜਾ ਇਹ ਮਨੁੱਖ ਹੈ, ਇਹ ਹੈ ਤਾਂ ਇਹ ਵੀ ਪਾਣੀ, ਪਰ ਇਹ ਬਰਫ਼ ਹੈ, ਜੰਮਿਆ ਹੋਇਆ, ਹੰਕਾਰ ਦੀ ਸਰਦੀ ਕਰਕੇ ਜੰਮ ਗਿਆ। ਅਤੇ ਜਦੋਂ ਗੁਰੂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਬਰਫ਼ ਪਿਘਲ ਜਾਂਦੀ ਹੈ, ਉਹ ਪਾਣੀ ਬਣ ਜਾਂਦੀ ਹੈ, ਪਾਣੀ 'ਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਬ੍ਰਹਮ ਦੇ ਵਿੱਚ ਗੁਰੂ ਸਾਹਿਬ ਅਭੇਦ ਕਰ ਦਿੰਦੇ ਹੈ। ਤੀਸਰੀ ਪੌੜੀ ਵਿੱਚ ਭਾਈ ਗੁਰਦਾਸ ਜੀ ਗੁਰਮੁਖ ਦੀ ਮਹਿਮਾ ਕਰਦੇ ਹੈ। ਗੁਰਮੁਖ ਸੁਖ ਫਲ ਜਨਮ ਸਤਿਗੁਰ ਪਾਇਆ। ਗੁਰਮੁਖਾਂ ਨੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਅਤੇ ਗੁਰਮੁਖਾਂ ਨੂੰ ਇਸ ਮਨੁੱਖਾ ਜਨਮ ਦਾ ਸੁਖ ਫਲ ਪ੍ਰਾਪਤ ਹੋ ਗਿਆ ਹੈ। ਜੋ ਗੁਰੂ ਦੀ ਪ੍ਰਾਪਤੀ ਹੋਈ ਹੈ, ਇਹ ਇਸ ਜਨਮ ਦਾ ਸੁਖ ਫਲ ਪ੍ਰਾਪਤ ਹੋਇਆ ਹੈ। ਇਹ ਜਿਹੜੀ ਪੰਕਤੀ ਹੈ ਤੀਸਰੀ ਪੌੜੀ ਦੀ, ਇਹਦਾ ਪਾਠ ਅੰਤਰ ਇਸ ਤਰ੍ਹਾਂ ਵੀ ਹੈ, ਗੁਰਮੁਖ ਸਫਲ ਜਨਮ ਸਤਿਗੁਰ ਪਾਇਆ। ਫਿਰ ਅਰਥ ਇਉਂ ਬਣੇਗਾ, ਗੁਰਮੁਖ ਦਾ ਜਨਮ ਸਫਲ ਹੈ। ਕਿਉਂ? ਸਤਿਗੁਰ ਪਾਇਆ, ਕਿਉਂਕਿ ਉਹਨੇ ਸਤਿਗੁਰੂ ਦਾ ਦਰਸ਼ਨ ਪਾਇਆ ਹੈ। ਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਗੁਰਮੁਖ ਨੂੰ, ਇਸ ਲਈ ਗੁਰਮੁਖ ਦਾ ਜਨਮ ਸਫਲ ਹੈ। ਸੋ ਮੁੱਖ ਪਾਠ ਇਹੀ ਹੈ, ਗੁਰਮੁਖ ਸੁਖ ਫਲ ਜਨਮ ਸਤਿਗੁਰ ਪਾਇਆ। ਸੋ ਸਤਿਗੁਰੂ ਦਾ ਦਰਸ਼ਨ ਪਾਇਆ ਹੈ, ਗੁਰਮੁਖ ਨੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ। ਸੋ ਇਸ ਲਈ ਇਹ ਜਨਮ ਗੁਰਮੁਖ ਦਾ ਸਫਲ ਹੈ। ਇਸ ਜਨਮ ਵਿੱਚ ਉਸ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ।
ਗੁਰਮੁਖ ਪੂਰ ਕਰਮ ਸਰਣੀ ਆਇਆ। ਗੁਰਮੁਖ ਦੇ ਪੂਰੇ ਕਰਮ ਹਨ, ਪੂਰਨ ਭਾਗਾਂ ਵਾਲਾ ਹੈ ਗੁਰਮੁਖ। ਕਿਉਂ? ਸਰਣੀ ਆਇਆ, ਕਿਉਂਕਿ ਗੁਰਮੁਖ ਜਿਹੜਾ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਇਆ ਹੈ। ਗੁਰਮੁਖ ਨੇ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਇੱਕ ਗੁਰੂ 'ਤੇ ਟੇਕ ਰੱਖੀ ਹੈ। ਸਤਿਗੁਰ ਪੈਰੀ ਪਾਏ ਨਾਉ ਦਿੜਾਇਆ। ਜਦੋਂ ਗੁਰਮੁਖ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਹੈ ਨਾ, ਤਾਂ ਸਤਿਗੁਰੂ ਅੱਗੋਂ ਕੀ ਕਰਦੇ ਹੈ? ਸਤਿਗੁਰ ਪੈਰੀ ਪਾਏ। ਸਤਿਗੁਰੂ ਉਸ ਨੂੰ ਆਪਣੇ ਚਰਨੀ ਲਾ ਕੇ, ਚਰਨੀ ਪਾ ਕੇ ਵਾਹਿਗੁਰੂ ਨਾਮ ਹਿਰਦੇ ਵਿੱਚ ਦ੍ਰਿੜ ਕਰਵਾ ਦਿੰਦੇ ਹੈ। ਗੁਰੂ ਨੇ ਉਸ ਗੁਰਮੁਖ ਨੂੰ ਆਪਣੇ ਚਰਨੀ ਪਾ ਕੇ ਅਕਾਲ ਪੁਰਖ ਦਾ ਨਾਮ ਦਿੜਾਇਆ ਦਾ ਅਰਥ ਹੈ ਦ੍ਰਿੜ ਕਰਵਾਇਆ ਹੈ। ਘਰ ਹੀ ਵਿੱਚ ਉਦਾਸ ਨਾ ਵਿਆਪੈ ਮਾਇਆ। ਗੁਰਮੁਖ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਪਰਾਮ ਰਹਿੰਦੇ ਹੈ। ਨਾ ਵਿਆਪੈ ਮਾਇਆ, ਉਹਨਾਂ ਨੂੰ ਮਾਇਆ ਨਹੀਂ ਵਿਆਪਦੀ, ਮਾਇਆ ਆਪਣਾ ਜ਼ੋਰ ਨਹੀਂ ਪਾਉਂਦੀ, ਮਾਇਆ ਆਪਣਾ ਕੋਈ ਪ੍ਰਭਾਵ ਗੁਰਮੁਖਾਂ 'ਤੇ ਨਹੀਂ ਪਾ ਸਕਦੀ। ਗੁਰਮੁਖ ਮਾਇਆ ਦੇ ਪ੍ਰਭਾਵ ਤੋਂ ਉੱਪਰ ਹਨ। ਗੁਰ ਉਪਦੇਸ ਕਮਾਏ ਅਲਖ ਲਖਾਇਆ। ਗੁਰਮੁਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹੈ। ਸ਼ਬਦ ਵਿੱਚ ਜੋ ਗੁਰੂ ਨੇ ਸਿੱਖਿਆ ਦਿੱਤੀ ਉਹਨੂੰ ਕਮਾਉਂਦੇ ਹੈ। ਗੁਰੂ ਉਪਦੇਸ਼ ਦੀ ਕਮਾਈ ਕਰਕੇ ਅਲਖ ਲਖਾਇਆ। ਅਲਖ ਨੂੰ ਆਪ ਵੀ ਜਾਣਿਆ ਅਤੇ ਹੋਰਾਂ ਦੇ ਤਾਈਂ ਵੀ ਉਹਨੂੰ ਜਣਾਇਆ ਹੈ। ਅਲਖ ਜੋ ਜਾਣਿਆ ਨਹੀਂ ਜਾਂਦਾ ਪ੍ਰਭੂ, ਉਹਦੇ ਬਾਰੇ ਜਾਣਿਆ ਗੁਰਮੁਖਾਂ ਨੇ ਅਤੇ ਹੋਰਾਂ ਨੂੰ ਵੀ ਜਣਾਇਆ ਹੈ। ਅਥਵਾ ਜੋ ਅਲਖ ਪਰਮਾਤਮਾ ਨਾ, ਉਹਦੇ ਬਾਰੇ ਗੁਰਮੁਖਾਂ ਨੂੰ ਗੁਰੂ ਨੇ ਲਿਖਾ ਦਿੱਤਾ ਹੈ, ਜਣਾ ਦਿੱਤਾ ਹੈ। ਗੁਰਮੁਖ ਜੀਵਨ ਮੁਕਤ ਆਪ ਗਵਾਇਆ। ਗੁਰਮੁਖ ਜੀਵਨ ਮੁਕਤ ਹਨ, ਜਿਉਂਦਿਆਂ ਹੀ ਉਹ ਮੁਕਤ ਹਨ। ਕੋਈ ਮੋਹ ਮਾਇਆ ਮਮਤਾ ਦਾ ਬੰਧਨ ਨਹੀਂ, ਕੋਈ ਵਿਕਾਰਾਂ ਦੇ ਬੰਧਨ ਨਹੀਂ, ਉਹ ਜੀਵਨ ਮੁਕਤ ਹਨ। ਆਪ ਗਵਾਇਆ, ਕਿਉਂਕਿ ਉਹਨਾਂ ਨੇ ਆਪਾ ਭਾਵ ਨੂੰ ਹਿਰਦੇ ਵਿੱਚੋਂ ਗਵਾ ਦਿੱਤਾ ਹੈ। ਉਹਨਾਂ ਦੇ ਅੰਦਰ ਹੰਕਾਰ ਨਹੀਂ ਹੈ, ਮੈਂ ਮੇਰੀ ਨਹੀਂ ਹੈ। ਚੌਥੀ ਪੌੜੀ ਵਿੱਚ ਗੁਰਮੁਖਾਂ ਦੀ ਵਡਿਆਈ ਕਰ ਰਹੇ ਹੈ ਭਾਈ ਗੁਰਦਾਸ ਜੀ। ਗੁਰਮੁਖ ਆਪ ਗਵਾਏ ਨਾ ਆਪ ਗਣਾਇਆ। ਗੁਰਮੁਖਾਂ ਨੇ ਮਨ ਕਰਕੇ ਆਪਾ ਭਾਵ ਗਵਾ ਦਿੱਤਾ ਹੈ ਅਤੇ ਉਹ ਤਨ ਕਰਕੇ ਵੀ ਕਿਸੇ ਨੂੰ ਆਪਣਾ ਆਪ ਨਹੀਂ ਜਣਾਉਂਦੇ। ਜੋ ਉਹਨਾਂ ਨੇ ਆਪਾ ਭਾਵ ਗਵਾਇਆ ਹੈ ਨਾ, ਉਹਨੂੰ ਉਹ ਜਣਾਉਂਦੇ ਨਹੀਂ ਵੀ ਅਸੀਂ ਵੱਡੇ ਬਣ ਗਏ ਹਾਂ, ਹੁਣ ਅਸੀਂ ਆਪਾ ਭਾਵ ਨੂੰ ਗਵਾ ਦਿੱਤਾ ਹੈ। ਕਿਉਂਕਿ ਕਿਸੇ ਵੀ ਚੀਜ਼ ਨੂੰ ਛੱਡਣਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਫਿਰ ਉਸ ਚੀਜ਼ ਦੇ ਤਿਆਗ ਦਾ ਹੀ ਹੰਕਾਰ ਕਰ ਲਵੇ। ਕਿਉਂਕਿ ਇੱਥੇ ਲੋਕ ਮਾਇਆ ਦਾ ਤਿਆਗ ਕਰਕੇ ਆਪਣੇ ਆਪ ਨੂੰ ਵੱਡਾ ਸਮਝਦੇ ਸੀ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮਾਇਆ ਤਜੀ ਤਉ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕਉ ਖਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜੇ ਤੂੰ ਮਾਇਆ ਛੱਡ ਦਿੱਤੀ ਤਾਂ ਫਿਰ ਕੀ ਹੋ ਗਿਆ, ਕੋਈ ਵੱਡੀ ਗੱਲ ਨਹੀਂ। ਮਾਨ ਤਜਿਆ ਨਹੀਂ ਜਾਏ, ਤੂੰ ਤਾਂ ਮਾਇਆ ਦੇ ਤਿਆਗ ਦਾ ਹੰਕਾਰ ਕਰਕੇ ਬੈਠਾ ਵੀ ਮੈਂ ਵੱਡਾ ਤਿਆਗੀ, ਮੇਰੇ ਵਰਗਾ ਕੋਈ ਤਿਆਗੀ ਨਹੀਂ। ਵੇਖੋ ਜੀ, ਮੈਂ ਮਾਇਆ ਹੀ ਤਿਆਗ ਦਿੱਤੀ, ਹੰਕਾਰ ਤਾਂ ਉੱਥੇ ਹੀ ਖਲੋਤਾ, ਹੋਰ ਜ਼ਿਆਦਾ ਹੋ ਗਿਆ। ਕਹਿੰਦੇ ਛੱਡਣਾ ਸੀ ਹੰਕਾਰ, ਛੱਡ ਦਿੱਤੀ ਮਾਇਆ। ਅਤੇ ਉਸ ਤਿਆਗ ਦਾ ਵੀ ਹੰਕਾਰ ਕਰਦਾ ਵੀ ਮੈਂ ਤਿਆਗੀ ਹਾਂ, ਮੇਰੇ ਵਰਗਾ ਕੋਈ ਹੈ ਹੀ ਨਹੀਂ। ਸੋ ਹੰਕਾਰ ਜਿਹੜਾ ਨਾ ਬੰਦੇ ਨੂੰ ਖਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਮੁਖਾਂ ਨੇ ਆਪਾ ਭਾਵ ਗਵਾ ਦਿੱਤਾ ਹੈ, ਪਰ ਉਹਨਾਂ ਨੇ ਆਪਣੇ ਆਪ ਨੂੰ ਜਣਾਇਆ ਨਹੀਂ। ਇੰਨੀ ਨਿਮਰਤਾ ਵਿੱਚ ਰਹਿੰਦੇ ਹੈ। ਮਨ ਕਰਕੇ ਆਪਾ ਭਾਵ ਨੂੰ ਛੱਡਿਆ ਹੈ ਅਤੇ ਤਨ ਕਰਕੇ ਵੀ ਉਹ ਆਪਣੇ ਆਪ ਨੂੰ ਕੁਝ ਗਿਣਦੇ ਹੀ ਨਹੀਂ ਹਨ। ਦੂਜਾ ਭਾਉ ਮਿਟਾਏ ਇੱਕ ਧਿਆਇਆ। ਦੂਜੇ ਭਾਵ ਨੂੰ ਮਨ ਵਿੱਚੋਂ ਦੂਰ ਕਰਕੇ, ਦੂਜਾ ਭਾਵ ਹੋਰਾਂ ਦੇ ਨਾਲ ਜੋ ਪ੍ਰੇਮ ਕਰਨਾ, ਅਲਪ ਸ਼ਕਤੀਆਂ ਦੇ ਨਾਲ,
ਇਹ ਦੂਜਾ ਭਾਵ ਗੁਰਮੁਖ ਨੇ ਦੂਰ ਕਰ ਦਿੱਤਾ ਹੈ। ਇੱਕ ਧਿਆਇਆ ਤੇ ਇੱਕ ਪਰਮਾਤਮਾ ਨੂੰ ਧਿਆਇਆ ਹੈ। ਗੁਰ ਪਰਮੇਸ਼ਰ ਜਾਣ ਸ਼ਬਦ ਕਮਾਇਆ। ਗੁਰਮੁਖ ਨੇ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਗੁਰੂ ਦੇ ਸ਼ਬਦ ਨੂੰ ਕਮਾਇਆ ਹੈ। ਗੁਰੂ ਨੂੰ ਕੀ ਜਾਣਦਾ ਹੈ? ਪਰਮਾਤਮਾ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਮਾਨੁਖ ਕਾ ਕਰ ਰੂਪ ਨਾ ਜਾਣ। ਮਹਾਰਾਜ ਕਹਿੰਦੇ ਨੇ ਗੁਰੂ ਨੂੰ ਬੰਦੇ ਦਾ ਰੂਪ ਨਾ ਜਾਣੀ। ਕਿਤੇ ਇਹ ਨਾ ਭੁਲੇਖਾ ਕਰ ਲਵੀਂ ਮਨ ਵਿੱਚ ਵੀ ਗੁਰੂ ਵੀ ਆਮ ਬੰਦੇ ਵਰਗਾ ਹੀ ਹੈ, ਸਾਡੇ ਵਰਗਾ ਹੀ ਬੰਦਾ ਸੀ ਗੁਰੂ ਵੀ, ਜਿਵੇਂ ਅਸੀਂ ਮਨੁੱਖ ਹਾਂ ਇੱਦਾਂ ਹੀ ਗੁਰੂ ਮਨੁੱਖ ਸੀ। ਨਹੀਂ, ਪਰਮੇਸ਼ਰ ਸਵਰੂਪ ਹੈ ਗੁਰੂ। ਗੁਰੂ ਆਪ ਪਰਮਾਤਮਾ ਹੈ। ਗੁਰ ਪਰਮੇਸ਼ਰ ਏਕੋ ਜਾਣ। ਮਹਾਰਾਜ ਜੀ ਕਹਿੰਦੇ ਨੇ ਗੁਰੂ ਅਤੇ ਪਰਮਾਤਮਾ ਨੂੰ ਇੱਕੋ ਹੀ ਕਰਕੇ ਜਾਣ ਲੈ। ਅਤੇ ਭੱਟ ਸਾਹਿਬਾਨਾਂ ਦੇ ਆਪਾਂ ਬਚਨ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਅਕਾਲ ਪੁਰਖ ਪਰਮਾਤਮਾ ਆਏ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹਿ ਤਹਿ ਭਰਪੂਰ ਸਬਦ ਦੀਪਕ ਦੀਪਾਇਓ। ਆਪ ਸਤਿਗੁਰੂ ਪਰਮਾਤਮਾ ਗੁਰੂ ਰੂਪ ਹੋ ਕੇ ਆਇਆ ਹੈ। ਗੁਰਮੁਖ ਗੁਰੂ ਨੂੰ ਪਰਮੇਸ਼ਰ ਕਰਕੇ ਜਾਣਦੇ ਹੈ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ। ਸਾਧ ਸੰਗਤ ਚੱਲ ਜਾਏ ਸੀਸ ਨਿਵਾਇਆ। ਸਰੀਰ ਕਰਕੇ ਸਾਧ ਸੰਗਤ ਦੇ ਵਿੱਚ ਚੱਲ ਕੇ ਜਾਂਦੇ ਆ ਗੁਰਮੁਖ। ਸਾਧ ਸੰਗਤ ਵਿੱਚ ਜਾ ਕੇ ਗੁਰੂ ਨੂੰ ਸੀਸ ਨਿਵਾਉਂਦੇ ਹੈ। ਗੁਰੂ ਨੂੰ ਭਾਵਨਾ ਦੇ ਸਹਿਤ ਮੱਥਾ ਟੇਕਦੇ ਹੈ, ਗੁਰ ਸੰਗਤ ਨੂੰ ਸੀਸ ਨਿਵਾਉਂਦੇ ਹੈ। ਗੁਰਮੁਖ ਕਾਰ ਕਮਾਏ ਸੁਖ ਫਲ ਪਾਇਆ। ਗੁਰਮੁਖਾਂ ਦੀ ਸੇਵਾ ਕਰਕੇ ਸੁਖ ਫਲ ਨੂੰ ਪ੍ਰਾਪਤ ਕੀਤਾ ਹੈ। ਗੁਰਮੁਖ ਗੁਰਮੁਖਾਂ ਦੀ ਸੇਵਾ ਕਰਦੇ ਹੈ, ਭਾਵ ਸਿੱਖ ਸਿੱਖਾਂ ਦੀ ਸੇਵਾ ਕਰਦੇ ਹੈ। ਅਤੇ ਗੁਰਸਿੱਖਾਂ ਦੀ ਸੇਵਾ ਗੁਰੂ ਦੀ ਸੇਵਾ ਹੈ। ਬਾਣੀ ਦਾ ਵਚਨ ਹੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰੂ ਦੇ ਸਿੱਖਾਂ ਦੇ ਵਿੱਚ ਹੀ ਗੁਰੂ ਵਰਤਦਾ ਹੈ। ਗੁਰੂ ਦੇ ਸਿੱਖਾਂ ਦੀ ਸੇਵਾ ਕਰਨੀ ਮਤਲਬ ਗੁਰੂ ਦੀ ਸੇਵਾ ਕਰਨੀ ਹੈ। ਸੋ ਭਾਵਨਾ ਦੇ ਨਾਲ ਜਿਹੜੇ ਗੁਰਮੁਖ ਨੇ ਉਹ ਹੋਰ ਗੁਰਮੁਖਾਂ ਦੀ ਸੇਵਾ ਕਮਾਉਂਦੇ ਹੈ, ਸੁਖ ਫਲ ਨੂੰ ਪ੍ਰਾਪਤ ਕਰਦੇ ਹੈ। ਪਿਰਮ ਪਿਆਲਾ ਪਾਏ ਅਜਰ ਜਰਾਇਆ। ਅਤੇ ਪ੍ਰੇਮ ਦੇ ਪਿਆਲੇ ਨੂੰ ਪੀ ਕਰਕੇ ਅਜਰ ਸ਼ਕਤੀ ਨੂੰ ਉਹ ਜਰ ਲੈਂਦੇ। ਪ੍ਰੇਮ ਦਾ ਪਿਆਲਾ ਪੀ ਕੇ ਜੋ ਰਸ, ਜੋ ਆਨੰਦ, ਜੋ ਖੇੜਾ ਆਉਂਦਾ ਨਾ, ਉਸ ਨੂੰ ਅੰਦਰੇ ਅੰਦਰ ਜਰ ਲੈਂਦੇ ਹੈ। ਐਸੇ ਹੁੰਦੇ ਹੈ ਗੁਰਮੁਖ ਹੋਣ ਨਜ਼ੀਕ ਖੁਦਾਏ ਦਾ, ਭੇਤ ਨਾ ਕਿਸੈ ਦੇਨ। ਅੱਗੇ 5ਵੀਂ ਪੌੜੀ ਵਿੱਚ ਗੁਰਮੁਖ ਦਾ ਜੋ ਨਿਤ ਕਰਮ ਹੈ ਉਹਦਾ ਜ਼ਿਕਰ ਕਰ ਰਹੇ ਨੇ ਭਾਈ ਸਾਹਿਬ ਜੀ। ਅੰਮ੍ਰਿਤ ਵੇਲੇ ਉੱਠ ਜਾਗ ਜਗਾਇਆ। ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ ਜਾਗ ਜਗਾਇਆ। ਆਪ ਜਾਗ ਕੇ ਅਤੇ ਹੋਰਾਂ ਨੂੰ ਜਗਾਇਆ, ਜਗਾਉਂਦਾ ਹੈ। ਹੋਰਾਂ ਦਾ ਵੀ ਭਲਾ ਕਰਦਾ ਹੈ। ਹੋਰਾਂ ਨੂੰ ਵੀ ਕਹਿੰਦਾ ਤੁਸੀਂ ਵੀ ਉੱਠੋ, ਇਸ਼ਨਾਨ ਕਰੋ, ਬਾਣੀ ਪੜ੍ਹੋ, ਵਾਹਿਗੁਰੂ ਜੀ ਦਾ ਸਿਮਰਨ ਕਰੋ, ਨਾਮ ਜਪੋ। ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ ਆਪ ਜਾਗ ਕੇ ਅਤੇ ਹੋਰਾਂ ਨੂੰ ਉਹਨੇ ਜਗਾਇਆ ਹੈ। ਅਥਵਾ ਅੰਮ੍ਰਿਤ ਵੇਲੇ ਉੱਠ ਕੇ ਆਪ ਸਰੀਰ ਕਰਕੇ ਜਾਗਦਾ ਹੈ ਅਤੇ ਸ਼ਬਦ ਦੇ ਵਿੱਚ ਜੁੜ ਕੇ ਜਗਾਇਆ। ਗੁਰਮੁਖ ਨੇ ਆਪਣੇ ਮਨ ਨੂੰ ਜਗਾਇਆ ਹੈ, ਮਨ ਨੂੰ ਸੁਚੇਤ ਕੀਤਾ, ਸਾਵਧਾਨ ਕੀਤਾ, ਮਨ ਨੂੰ ਜਗਾਇਆ ਹੈ। ਮਨਾ ਜਾਗ, ਵਿਕਾਰਾਂ ਦੇ ਚੋਰ ਤੇਰੀ ਗੁਣਾਂ ਦੀ ਪੂੰਜੀ ਨੂੰ ਨਾ ਲੁੱਟ ਕੇ ਲੈ ਜਾਣ। ਮਨ ਜਾਗ ਜਾਵੇ ਤਾਂ ਫਿਰ ਇਹਨੂੰ ਸੋਝੀ ਹੋ ਜਾਂਦੀ ਹੈ। ਮਨ ਨੂੰ ਜਗਾਉਣਾ ਹੈ। ਮਨ ਹੀ ਤਾਂ ਸੁੱਤਾ ਪਿਆ ਹੈ। ਸਰੀਰ ਕਰਕੇ ਤਾਂ ਸਾਰੇ ਜਾਗਦੇ ਹੈ, ਵਿਸ਼ੇ ਭੋਗਾਂ ਨੂੰ ਭੋਗਣ ਵਾਲੇ ਵੀ ਜਾਗਦੇ ਹੈ, ਪਰ ਗੁਰਮੁਖ ਜਿੱਥੇ ਤਨ ਕਰਕੇ ਜਾਗਦਾ ਹੈ ਉੱਥੇ ਮਨ ਕਰਕੇ ਜਾਗਦਾ, ਸੁਚੇਤ ਰਹਿੰਦਾ ਹੈ। ਸਤਿਗੁਰੂ ਨੇ ਇਸੇ ਲਈ ਬਾਣੀ ਵਿੱਚ ਅੰਮ੍ਰਿਤ ਬਚਨ ਕਹੇ ਨੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ, ਨੈਨਹੁ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ,
ਮਨ ਸੋਇਆ ਮਾਇਆ ਬਿਸਮਾਦ। ਮਹਾਰਾਜ ਕਹਿੰਦੇ ਸਾਰੇ ਸੁੱਤੇ, ਇੰਦਰੇ ਵੀ ਸੁੱਤੇ ਹੈ, ਮਨ ਸੁੱਤਾ ਹੈ। ਗੁਰਮੁਖ ਆਪ ਸਰੀਰ ਕਰਕੇ ਜਾਗਦੇ ਹੈ ਅਤੇ ਮਨ ਨੂੰ ਜਗਾਉਂਦੇ ਹੈ, ਸੁਚੇਤ ਕਰਦੇ ਹੈ। ਗੁਰਮੁਖ ਤੀਰਥ ਨਹਾਏ ਭਰਮ ਗਵਾਇਆ। ਇਹ ਪਾਠ ਭਰਮ ਗਵਾਇਆ ਹੈ। ਗੁਰਮੁਖ ਨਾਮ ਦੇ ਤੀਰਥ 'ਤੇ ਇਸ਼ਨਾਨ ਕਰਦੇ ਹੈ ਅਤੇ ਬਾਹਰ ਦੇ ਤੀਰਥਾਂ ਦਾ ਜੋ ਭਰਮ ਹੈ ਉਹ ਸਾਰਾ ਹੀ ਉਹਨਾਂ ਨੇ ਦੂਰ ਕਰ ਦਿੱਤਾ ਹੈ। ਸੋ ਤੀਰਥ ਦਾ ਭਰਮ ਨਹੀਂ ਰੱਖਦੇ, ਨਾਮ ਬਾਣੀ ਦੇ ਤੀਰਥ ਦੇ ਵਿੱਚ ਇਸ਼ਨਾਨ ਕਰਦੇ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਸੋ ਗੁਰਮੁਖ ਤੀਰਥ ਨਹਾਏ ਭਰਮ ਗਵਾਇਆ, ਸਾਰੇ ਭਰਮ ਉਹਨਾਂ ਨੇ ਦੂਰ ਕਰ ਦਿੱਤੇ ਹੈ। ਗੁਰਮੁਖ ਮੰਤ ਸੰਭਾਲ ਜਪ ਜਪਾਇਆ। ਗੁਰਮੁਖ ਕੀ ਕਰਦੇ ਹੈ? ਗੁਰੂ ਦਾ ਮੰਤ, ਮੰਤ ਤੋਂ ਭਾਵ ਮੰਤਰ, ਗੁਰੂ ਦਾ ਉਪਦੇਸ਼ ਸੰਭਾਲਦੇ ਹੈ। ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਸੰਭਾਲਦੇ ਹੈ। ਜਪ ਜਪਾਇਆ, ਅਤੇ ਸਤਿਗੁਰੂ ਦਾ ਜਪਜੀ ਮੰਤਰ ਜੋ ਹੈ ਉਹ ਆਪ ਜਪਦੇ ਹੈ ਅਤੇ ਹੋਰਾਂ ਨੂੰ ਜਪਾਉਂਦੇ ਹੈ। ਅੰਮ੍ਰਿਤ ਵੇਲੇ ਆਪ ਜਪਜੀ ਸਾਹਿਬ ਪੜ੍ਹਦੇ ਹੈ, ਸੁਣਾਉਂਦੇ ਹੈ ਹੋਰਾਂ ਨੂੰ, ਅਤੇ ਹੋਰਾਂ ਨੂੰ ਵੀ ਗੁਰਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹੈ। ਸੋ ਇਸ ਤਰ੍ਹਾਂ ਇਹ ਗੁਰਮੁਖ ਦਾ ਜੀਵਨ ਹੈ। ਭਾਈ ਸੰਤੋਖ ਸਿੰਘ ਜੀ ਨੇ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ, ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕਉ ਚੀਨ। ਕਹਿੰਦੇ ਗੁਰੂ ਦਾ ਸਿੱਖ ਬਣ ਗਿਆ ਜੇ ਜਪਜੀ ਸਾਹਿਬ ਕੰਠ ਨਹੀਂ ਕੀਤਾ, ਕਾਹਦਾ ਸਿੱਖ ਹੈ? ਤੰਦੁਲ ਬਿਨ ਤੁਖ ਕਾਮ ਕਹੇ, ਚੌਲਾਂ ਤੋਂ ਬਿਨਾਂ, ਚੌਲਾਂ ਦੇ ਛਿਲਕਿਆਂ ਦਾ ਕੀ ਕਰਨਾ ਹੈ? ਕਹਿੰਦੇ ਉਸ ਤਰ੍ਹਾਂ ਦਾ ਸਿੱਖ ਹੈ ਜਿਹਨੂੰ ਜਪਜੀ ਨਹੀਂ ਚੇਤੇ, ਜਿਵੇਂ ਚੌਲਾਂ ਤੋਂ ਬਿਨਾਂ ਤੁਖ ਹੁੰਦੇ ਹੈ। ਸੋ ਗੁਰਮੁਖ ਕੀ ਕਰਦਾ? ਮੰਤ ਸੰਭਾਲ, ਗੁਰੂ ਦਾ ਉਪਦੇਸ਼ ਸੰਭਾਲਦਾ ਹੈ, ਅਥਵਾ ਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਵਾਹਿਗੁਰੂ ਮੰਤਰ ਨੂੰ ਹਿਰਦੇ ਵਿੱਚ ਸੰਭਾਲਦਾ, ਵਾਰ-ਵਾਰ ਚੇਤੇ ਕਰਦਾ ਹੈ। ਜਪ ਜਪਾਇਆ, ਆਪ ਇਹ ਜਪ ਜਪਦਾ ਅਤੇ ਹੋਰਾਂ ਨੂੰ ਗੁਰਮੁਖ ਜਪਾਉਂਦਾ ਹੈ। ਜਪ ਦੇ ਪਾਠ 'ਤੇ ਇੱਥੇ ਜਾਪ ਪਾਠ ਵੀ ਆਉਂਦਾ ਹੈ, ਇਹ ਪਾਠ ਅੰਤਰ ਹੈ। ਜਾਪ ਜਪਾਇਆ ਇਸ ਤਰ੍ਹਾਂ ਵੀ ਆਉਂਦਾ ਹੈ, ਜਪ ਜਾਪ ਇਹ ਪਾਠ ਅੰਤਰ ਹੈ। ਗੁਰਮੁਖ ਨਿਹਚਲ ਹੋਏ ਇੱਕ ਮਨ ਧਿਆਇਆ। ਗੁਰਮੁਖ ਨਿਹਚਲ ਹੋ ਕੇ, ਅਚਲ ਹੋ ਕੇ, ਅਡੋਲ ਹੋ ਕੇ ਇੱਕ ਮਨ ਪਰਮਾਤਮਾ ਨੂੰ ਧਿਆਉਂਦਾ ਹੈ। ਉਹ ਗੁਰੂ ਦੀ ਮੱਤ ਲੈ ਕੇ ਨਿਸ਼ਚਲ ਹੋ ਜਾਂਦਾ ਹੈ ਅਤੇ ਇੱਕ ਮਨ ਪਰਮਾਤਮਾ ਨੂੰ ਸਦਾ ਹੀ ਧਿਆਉਂਦਾ ਰਹਿੰਦਾ ਹੈ। ਗੁਰਮੁਖ ਪਿਆਰਾ, ਗੁਰਮੁਖ ਨਿਹਚਲ ਹੋਏ, ਸੋ ਉਹ ਅਡੋਲ ਹੋ ਜਾਂਦਾ ਹੈ ਅਤੇ ਇੱਕ ਮਨ ਪਰਮਾਤਮਾ ਨੂੰ ਧਿਆਉਂਦਾ ਹੈ। ਮੱਥੇ ਟਿੱਕਾ ਲਾਲ ਨੀਸਾਨ ਸੁਹਾਇਆ। ਗੁਰਮੁਖ ਦੇ ਮੱਥੇ 'ਤੇ ਪ੍ਰੇਮ ਦਾ ਟਿੱਕਾ ਸ਼ੋਭਦਾ ਹੈ। ਨੀਸਾਨ ਸੁਹਾਇਆ, ਇਹ ਜਿਹੜਾ ਨਿਸ਼ਾਨ ਚਿੰਨ੍ਹ ਹੈ ਇਹ ਉਹਦੇ ਮਸਤਕ 'ਤੇ ਸ਼ੋਭਦਾ ਹੈ। ਉਹ ਗੁਰਮੁਖ ਨਾਮ ਰਸੀਏ ਦੀ ਚਿਹਰੇ ਦੀ ਲਾਲੀ ਵੱਖਰੀ ਹੈ। ਮੱਥੇ ਟਿੱਕਾ ਲਾਲ, ਗੁਰਬਾਣੀ ਪੜ੍ਹਦੇ ਹਾਂ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਲਾਲ ਦਾ ਭਾਵ ਪ੍ਰੇਮ, ਪ੍ਰੇਮ ਦਾ ਰੰਗ। ਮੱਥੇ ਟਿੱਕਾ ਲਾਲ, ਉਹਦੇ ਮਸਤਕ 'ਤੇ ਪ੍ਰੇਮ ਦਾ ਟਿੱਕਾ ਹੈ। ਨਿਸ਼ਾਨ ਸੁਹਾਇਆ, ਅਤੇ ਇਸ ਨਿਸ਼ਾਨ ਚਿੰਨ੍ਹ ਕਰਕੇ ਗੁਰਮੁਖ ਸੁਹਾਇਆ ਸ਼ੋਭਨੀਕ ਹੋਇਆ ਹੈ। ਔਰ ਇਸ ਪ੍ਰੇਮ ਦੇ ਟਿੱਕੇ ਕਰਕੇ ਹੀ ਉਹ ਪਰਮਾਤਮਾ ਦੇ ਦਰ 'ਤੇ ਸ਼ੋਭਨੀਕ ਹੋਇਆ ਹੈ, ਮਾਲਕ ਦੇ ਦਰ 'ਤੇ ਪ੍ਰਵਾਨ ਹੋਇਆ ਹੈ। ਕਿਉਂਕਿ ਇਹ ਨਿਸ਼ਾਨ ਹੈ ਨਾ, ਦਾਗੇ ਹੋਏ ਸੋ ਰਨ ਮਹਿ ਜੂਝੈ ਬਿਨ ਦਾਗੇ ਭਗ ਜਾਈ। ਇਹ ਨਿਸ਼ਾਨ ਹੈ, ਪ੍ਰੇਮ ਦਾ ਟਿੱਕਾ ਹੈ। ਸੋ ਜਿਸ ਕਰਕੇ ਰੱਬ ਦੇ ਦਰ 'ਤੇ ਸ਼ੋਭਾ ਪਾਉਂਦਾ ਹੈ। ਪੈਰੀ ਪੈ ਗੁਰ ਸਿੱਖ ਪੈਰੀ ਪਾਇਆ। ਗੁਰਮੁਖ ਗੁਰਸਿੱਖਾਂ ਦੇ ਪੈਰੀਂ ਪੈਂਦਾ ਹੈ ਅਤੇ ਹੋਰ ਗੁਰਸਿੱਖਾਂ ਨੂੰ ਉਹ ਗੁਰੂ ਦੇ ਚਰਨੀ ਪਾਉਂਦਾ ਹੈ। ਗੁਰਸਿੱਖਾਂ ਦਾ ਸਨਮਾਨ ਕਰਦਾ, ਸਤਿਕਾਰ ਕਰਦਾ ਹੈ। ਅਥਵਾ ਉਦੋਂ ਪੈਰੀਂ ਪਵਣਾ ਬੋਲਦੇ ਸਨ ਸਿੱਖ, ਜਦੋਂ ਭਾਈ ਗੁਰਦਾਸ ਨੇ ਵਾਰਾਂ ਉਚਾਰੀਆਂ ਹਨ। ਸੋ ਪੈਰੀਂ ਪੈਣਾ ਆਪ ਬੋਲ ਕੇ ਹੋਰ ਗੁਰਸਿੱਖਾਂ ਨੂੰ ਵੀ ਪੈਰੀਂ ਪੈਣਾ ਦੱਸਦੇ ਆ, ਕਿਵੇਂ ਗੁਰਸਿੱਖਾਂ ਦਾ ਸਨਮਾਨ ਕਰਨਾ ਹੈ ਔਰ ਗੁਰੂ ਦੇ ਚਰਨੀ ਲੱਗਣਾ।
ਇਹ ਸਿੱਖਿਆ ਅੱਗੇ ਹੋਰਾਂ ਨੂੰ ਦਿੰਦੇ ਹੈ। 6ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖ ਦੀ ਕਮਾਈ ਦਾ ਜ਼ਿਕਰ ਕਰ ਰਹੇ ਹੈ। ਪੈਰੀ ਪੈ ਗੁਰਸਿੱਖ ਪੈਰ ਧੁਆਇਆ। ਸੋ ਗੁਰਮੁਖਾਂ ਦੇ ਘਰੇ ਜਦੋਂ ਗੁਰੂ ਕੇ ਸਿੱਖ ਆਉਂਦੇ ਹੈ ਨਾ, ਪੈਰੀ ਪੈ ਗੁਰਸਿੱਖ, ਤਾਂ ਗੁਰਮੁਖ ਉਹਨਾਂ ਗੁਰਸਿੱਖਾਂ ਦੇ ਪੈਰੀਂ ਪੈਂਦੇ ਹੈ, ਉਹਨਾਂ ਦੇ ਚਰਨ ਸਪਰਸ਼ ਕਰਕੇ ਪੈਰ ਧੁਆਇਆ, ਉਹਨਾਂ ਦੀ ਸੇਵਾ ਕਰਦੇ, ਉਹਨਾਂ ਦੇ ਚਰਨ ਧੋਂਦੇ ਹੈ। ਅੰਮ੍ਰਿਤ ਬਾਣੀ ਚਖ ਮਨ ਵਸ ਆਇਆ। ਅਤੇ ਅੰਮ੍ਰਿਤ ਬਾਣੀ ਨੂੰ ਚੱਖ ਕੇ, ਅੰਮ੍ਰਿਤ ਬਾਣੀ ਦਾ ਸ਼ਬਦ ਦਾ ਜਾਪ ਭਾਵ ਸ਼ਬਦ ਦਾ ਰਸ ਚੱਖ ਕੇ ਉਹਨਾਂ ਗੁਰਮੁਖਾਂ ਦਾ ਮਨ ਵਸ ਵਿੱਚ ਆਇਆ ਹੈ। ਪਾਣੀ ਪੱਖਾ ਪੀਹੇ ਭੱਠ ਝੁਕਾਇਆ। ਗੁਰਮੁਖ ਕਿਸ ਤਰ੍ਹਾਂ ਸੇਵਾ ਕਰਦੇ ਹੈ? ਗੁਰਸਿੱਖਾਂ ਦੀ ਪਾਣੀ ਢੋਂਦੇ ਹੈ, ਪੱਖਾ ਚੱਲਦੇ ਹੈ, ਚੱਕੀ ਪੀਂਦੇ ਹੈ, ਭੱਠ ਝੁਕਾਇਆ। ਅਤੇ ਜਦੋਂ ਗੁਰਸਿੱਖਾਂ ਵਾਸਤੇ ਲੰਗਰ ਤਿਆਰ ਹੁੰਦਾ ਹੈ, ਭੱਠ ਝੁਕਾਇਆ, ਤਾਂ ਲੋਹ ਬਾਲਦੇ ਹੈ। ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ, ਰੋਟੀਆਂ ਪਕਾਈਆਂ ਜਾਂਦੀਆਂ, ਸੋ ਚੰਡਾ ਬਾਲਦੇ ਹੈ, ਲੋਹ ਦੇ ਹੇਠਾਂ ਅੱਗ ਬਾਲਦੇ ਹੈ, ਭੱਠ ਝੁਕਾਇਆ। ਸੋ ਇਸ ਤਰ੍ਹਾਂ ਚੁੱਲ੍ਹੇ ਹੇਠ ਬਾਲਣ ਬਾਲ ਕੇ ਗੁਰੂ ਕੇ ਸਿੱਖ ਜਿਹੜੇ ਹੈ ਉਹ ਗੁਰਸਿੱਖਾਂ ਦੀ ਸੇਵਾ ਕਰਦੇ ਹੈ। ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ। ਗੁਰਬਾਣੀ ਦੀ ਸਿੱਖਿਆ ਨੂੰ ਸੁਣਦੇ ਹੈ, ਗੁਰੂ ਦਾ ਸ਼ਬਦ ਸੁਣਦੇ ਹੈ। ਗੁਰਬਾਣੀ ਦੀ ਸਿੱਖਿਆ ਨੂੰ ਸੁਣ ਕੇ ਆਪ ਸਿੱਖ ਗੁਰਬਾਣੀ ਪੜ੍ਹਨੀ ਸਿੱਖਦੇ ਹੈ। ਜੋ ਗੁਰਬਾਣੀ ਦਾ ਉਪਦੇਸ਼ ਹੈ ਉਹਦੇ ਅਨੁਸਾਰ ਚੱਲਦੇ ਹੈ, ਆਪ ਅਰਥ ਸਿੱਖਦੇ ਹੈ। ਲਿਖ ਲਿਖਾਇਆ, ਅਤੇ ਗੁਰਬਾਣੀ ਨੂੰ ਲਿਖ ਕੇ, ਗੁਰਬਾਣੀ ਦੇ ਅਰਥਾਂ ਨੂੰ ਲਿਖ ਕੇ ਅੱਗੇ ਹੋਰਾਂ ਨੂੰ ਵੀ ਲਿਖਾ ਦਿੰਦੇ ਹੈ। ਆਪ ਜੋ ਸ਼ਬਦ ਦਾ ਅਰਥ ਲਿਖਿਆ, ਅੱਗੇ ਹੋਰ ਗੁਰਸਿੱਖਾਂ ਨੂੰ ਵੀ ਲਿਖਾ ਦਿੱਤਾ। ਇਸ ਗੁਰੂ ਦੇ ਸ਼ਬਦ ਦਾ ਅਰਥ ਇਹ ਹੈ। ਇਸ ਤਰ੍ਹਾਂ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਨਾਮ ਬਾਣੀ ਦੇ ਨਾਲ ਜੁੜੇ ਰਹਿੰਦੇ ਹੈ। ਨਾਮ ਦਾਨ ਇਸਨਾਨ ਕਰਮ ਕਮਾਇਆ। ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ, ਇਹ ਤਿੰਨੇ ਕਰਮ ਗੁਰੂ ਕੇ ਸਿੱਖ ਕਰਦੇ ਆ। ਗੁਰਮੁਖ ਨਾਮ ਦਾਨ ਇਸ਼ਨਾਨ। ਨਿਵ ਚੱਲਣ ਮਿੱਠ ਬੋਲ ਘਾਲ ਖਵਾਇਆ। ਨਿਵ ਚੱਲਣ, ਨਿਉ ਕੇ ਚੱਲਦੇ ਹੈ, ਨਿਮਰਤਾ ਰੱਖਦੇ ਹੈ। ਮਿੱਠ ਬੋਲ, ਰਸਨਾ ਤੋਂ ਮਿੱਠੇ ਬੋਲ ਬੋਲਦੇ ਹੈ, ਕਿਸੇ ਨੂੰ ਕੌੜਾ ਬੋਲ, ਫਿੱਕਾ ਬੋਲ ਨਹੀਂ ਬੋਲਦੇ। ਘਾਲ ਖਵਾਇਆ, ਅਤੇ ਦਸਾਂ ਨੋਹਾਂ ਦੀ ਕਿਰਤ ਕਰਕੇ, ਮਿਹਨਤ ਕਰਕੇ, ਘਾਲ ਕਮਾਈ ਕਰਕੇ ਆਪ ਖਾਂਦੇ ਹੈ ਅਤੇ ਹੋਰਾਂ ਨੂੰ ਖਵਾਉਂਦੇ ਹੈ। ਆਪ ਮਜ਼ਦੂਰੀ ਕਰਕੇ ਛਕਦੇ ਹੈ ਅਤੇ ਹੋਰ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣਹਿ ਸੇ। ਸੋ ਇਸ ਤਰ੍ਹਾਂ ਘਾਲ ਕਮਾਈ ਕਰਦੇ ਹੈ ਗੁਰਸਿੱਖ। 7ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਬਖਸ਼ ਰਹੇ ਹੈ। ਗੁਰਸਿੱਖਾਂ ਗੁਰਸਿੱਖ ਮੇਲ ਮਿਲਾਇਆ। ਗੁਰਸਿੱਖਾਂ ਦਾ ਗੁਰਸਿੱਖਾਂ ਦੇ ਨਾਲ ਗੁਰੂ ਨੇ ਮੇਲ ਮਿਲਾਇਆ ਹੈ। ਸਿੱਖਾਂ ਦਾ ਮੇਲ ਸਿੱਖਾਂ ਨਾਲ ਗੁਰੂ ਨੇ ਮਿਲਾਇਆ ਹੈ। ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਸਿੱਖਾਂ ਨੂੰ ਸਿੱਖ ਮਿਲਾਉਂਦੇ ਹੈ ਅਤੇ ਗੁਰਸਿੱਖਾਂ ਦਾ ਆਪਸੀ ਪਿਆਰ ਬਹੁਤ ਹੈ। ਭਾਏ ਭਗਤ ਗੁਰਪੁਰਬ ਕਰੈ ਕਰਾਇਆ। ਗੁਰਸਿੱਖ ਕੀ ਕਰਦੇ ਹੈ? ਪ੍ਰੇਮਾ ਭਗਤੀ ਕਰਦੇ ਹੈ। ਸਾਰੇ ਗੁਰਸਿੱਖ ਮਿਲ ਕੇ ਗੁਰਪੁਰਬ ਮਨਾਉਂਦੇ ਹੈ। ਗੁਰੂ ਸਾਹਿਬ ਦੇ ਜਦੋਂ ਦਿਹਾੜੇ ਆਉਂਦੇ ਹੈ ਨਾ, ਸਤਿਗੁਰੂ ਦਾ ਪ੍ਰਕਾਸ਼, ਸਤਿਗੁਰੂ ਦਾ ਗੁਰਤਾ ਗੱਦੀ ਦਿਵਸ, ਸਤਿਗੁਰੂ ਦਾ ਜੋਤੀ ਜੋਤ ਪੁਰਬ, ਇਸੇ ਤਰ੍ਹਾਂ ਸ਼ਹੀਦਾਂ ਦੇ ਜਿਹੜੇ ਦਿਹਾੜੇ ਆਉਂਦੇ, ਜਿਵੇਂ ਕੱਲ੍ਹ ਆਪਾਂ ਭਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਦਾ ਦਿਨ ਮਨਾਇਆ। ਸੋ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਪ੍ਰੇਮਾ ਭਗਤੀ ਰਾਹੀਂ ਗੁਰਪੁਰਬ ਕਰਦੇ ਹੈ ਅਤੇ ਹੋਰ ਗੁਰਸਿੱਖਾਂ ਦੇ ਨਾਲ ਮਿਲ ਕੇ ਗੁਰਪੁਰਬ ਕਰਾਉਂਦੇ ਹੈ। ਗੁਰਸਿੱਖ ਦੇਵੀ ਦੇਵ ਜਠੇਰੇ ਭਾਇਆ। ਗੁਰੂ ਦੇ ਸਿੱਖ ਜਿਹੜੇ ਹੈ ਨਾ, ਉਹ ਸਿੱਖਾਂ ਨੂੰ ਹੀ ਆਪਣੇ ਦੇਵੀ ਦੇਵਤੇ ਅਤੇ ਜਠੇਰੇ ਕਹਿੰਦੇ ਜਿਹੜੇ ਵਡੇਰੇ ਹੁੰਦੇ ਆ, ਵੱਡੇ,
ਉਹ ਗੁਰਸਿੱਖਾਂ ਨੂੰ ਹੀ ਆਪਣੇ ਵਡੇਰੇ ਜਾਣਦੇ ਆ ਵੀ ਇਹੀ ਸਾਡੇ ਵੱਡੇ ਹਨ, ਪੂਜਨੀਕ ਹਨ। ਆ ਦੁਆਬੇ ਵਿੱਚ ਚਲੇ ਜਾਓ, ਜਿਹੜੇ ਮਰ ਮੁੱਕ ਗਏ, ਵੱਡੀਆਂ ਵੱਡੀਆਂ ਮੜੀਆਂ ਬਣਾ ਕੇ ਉਹਨਾਂ ਦੇ ਥਾਂ ਬਣਾ ਕੇ ਕਹਿੰਦੇ ਜਠੇਰਿਆਂ ਦੀ ਥਾਂ ਹੈ, ਉਹ ਉਹਨਾਂ ਨੂੰ ਪੂਜਦੇ, ਉੱਥੇ ਮੱਥੇ ਟੇਕਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ, ਗੁਰਸਿੱਖ ਦੇਵੀ ਦੇਵ, ਗੁਰੂ ਕੇ ਸਿੱਖਾਂ ਨੂੰ ਹੀ ਦੇਵੀ ਦੇਵਤੇ ਜਾਣਦੇ ਵੀ ਇਹੀ ਸਿੱਖ ਨੇ ਸਾਡੇ ਦੇਵੀ ਦੇਵਤੇ। ਅਸੀਂ ਤਾਂ ਇਹਨਾਂ ਦਾ ਸਨਮਾਨ ਕਰਨਾ, ਆਦਰ ਕਰਨਾ, ਸੇਵਾ ਕਰਨੀ ਹੈ, ਇਹੀ ਸਾਡੇ ਵਡੇਰੇ ਹੈ, ਇਹੀ ਗੁਰਸਿੱਖਾਂ ਨੂੰ ਚੰਗੇ ਲੱਗਦੇ ਹੈ। ਗੁਰਸਿੱਖ ਮਾਂ ਪਿਓ ਵੀਰ, ਕੁਟੰਬ ਸਬਾਇਆ। ਗੁਰਸਿੱਖਾਂ ਨੂੰ ਹੀ ਮਾਤਾ ਪਿਤਾ, ਵੀਰ ਭਰਾ ਅਤੇ ਕੁਟੰਬ ਸਾਰਾ ਪਰਿਵਾਰ ਜਾਣਦੇ ਹੈ। ਗੁਰਸਿੱਖਾਂ ਦਾ ਐਸਾ ਪਿਆਰ ਹੁੰਦਾ ਹੈ ਵੀ ਇਹੀ ਸਾਡੇ ਮਾਂ ਪਿਓ ਹਨ, ਇਹੀ ਸਾਡੇ ਭਰਾ ਹਨ, ਕਿਉਂਕਿ ਆਪਾਂ ਗੁਰ ਭਾਈ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਹਨ ਆਪਣੇ ਸਾਰਿਆਂ ਦੇ। ਮਾਤਾ ਸਾਹਿਬ ਕੌਰ ਜੀ ਮਾਤਾ ਹੈ। ਸੋ ਇੱਕ ਗੁਰੂ ਦੇ ਧੀਆਂ ਪੁੱਤਰ ਹਾਂ ਸਾਰੇ। ਸੋ ਗੁਰਸਿੱਖ ਗੁਰਸਿੱਖਾਂ ਨੂੰ ਹੀ ਆਪਣਾ ਮਾਂ ਪਿਓ, ਆਪਣਾ ਵੀਰ ਭਰਾ ਅਤੇ ਪਰਿਵਾਰ ਜਾਣਦੇ ਹੈ। ਗੁਰਸਿੱਖ ਖੇਤੀ ਵਣਜ ਲਾਹਾ ਪਾਇਆ। ਗੁਰਸਿੱਖਾਂ ਨੂੰ ਹੀ ਖੇਤੀ ਅਤੇ ਵਣਜ ਵਪਾਰ ਜਾਣਦੇ ਹੈ। ਜਿਵੇਂ ਬੰਦਾ ਖੇਤੀ ਕਰਦਾ, ਵਪਾਰ ਕਰਦਾ ਵੀ ਇਹ 'ਚੋਂ ਲਾਭ ਮਿਲਣਾ ਹੈ, ਇਸੇ ਤਰ੍ਹਾਂ ਗੁਰਸਿੱਖਾਂ ਦੀ ਸੇਵਾ ਕਰਦੇ ਹੈ ਵੀ ਇਹੀ ਸਾਡੇ ਵਾਸਤੇ ਵੱਡਾ ਲਾਭ ਹੈ। ਗੁਰਸਿੱਖਾਂ ਨੂੰ ਉਹਨਾਂ ਦੀ ਸੇਵਾ ਕਰਕੇ ਇਸ ਵਣਜ ਦਾ ਵੱਡਾ ਲਾਭ ਪ੍ਰਾਪਤ ਕਰਦੇ ਹੈ ਵੀ ਅਸੀਂ ਸੇਵਾ ਦਾ ਲਾਹਾ ਲੈਣਾ। ਸੋ ਇਸ ਤਰ੍ਹਾਂ ਲਾਭ ਪ੍ਰਾਪਤ ਕਰਦੇ ਹੈ। ਹੰਸ ਵੰਸ ਗੁਰਸਿੱਖ, ਗੁਰਸਿੱਖ ਜਾਇਆ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਸਿੱਖ ਹਨ ਇਹ ਹੰਸ ਹਨ। ਗੁਰਸਿੱਖ ਰੂਪੀ ਹੰਸਾਂ ਦੀ ਵੰਸ਼ ਦੇ ਵਿੱਚ ਅੱਗੇ ਗੁਰਸਿੱਖ ਹੀ ਜਾਇਆ ਦਾ ਅਰਥ ਜਨਮ ਲੈਂਦੇ ਹੈ। ਗੁਰਸਿੱਖਾਂ ਦੇ ਘਰੇ ਗੁਰਸਿੱਖ ਜਨਮ ਲੈਂਦੇ ਹੈ। ਜਿਹੜਾ ਪਰਿਵਾਰ ਸਿੱਖੀ ਵਿੱਚ ਦ੍ਰਿੜ ਹੈ, ਜਿਸ ਮਾਂ ਪਿਓ ਨੇ ਬਚਪਨ ਤੋਂ ਹੀ ਆਪਣੇ ਬੱਚੇ ਨੂੰ ਸਿੱਖੀ ਬਾਰੇ ਦੱਸਿਆ, ਗੁਰਮਤ ਦੀ ਗੁੜਤੀ ਦਿੱਤੀ, ਉਹ ਬੱਚਾ, ਉਹਦੇ ਮਨ ਵਿੱਚ ਗੁਰੂ ਦਾ ਪਿਆਰ ਪੈਦਾ ਹੋ ਜਾਂਦਾ, ਸਿੱਖੀ ਦੇ ਨਾਲ ਉਹ ਪਿਆਰ ਕਰਦਾ, ਗੁਰੂ ਚਰਨਾਂ ਤੋਂ ਦੂਰ ਨਹੀਂ ਜਾਂਦਾ। ਸੋ ਗੁਰਸਿੱਖ ਰੂਪੀ ਹੰਸਾਂ ਦੀ ਵੰਸ਼ ਦੇ ਵਿੱਚ ਅੱਗੇ ਗੁਰੂ ਕੇ ਸਿੱਖ ਜਨਮ ਲੈਂਦੇ ਹੈ। ਸੋ ਭਾਵ ਇਹ ਹੰਸਾਂ ਦੀ ਵੰਸ਼ ਜਿਹੜੀ ਹੈ ਨਾ ਗੁਰਸਿੱਖੀ ਦੀ, ਇਹ ਅੱਗੇ ਵੱਧਦੀ ਫੁੱਲਦੀ ਪ੍ਰਫੁੱਲਤ ਹੁੰਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਕੇ ਸਿੱਖਾਂ ਦੀ ਭਾਵਨਾ ਨਾਲ ਸੇਵਾ ਕਰਦੇ ਹੈ। ਗੁਰਮੁਖਾਂ ਦਾ ਆਪਸ ਵਿੱਚ ਪਿਆਰ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਗੁਰਸਿੱਖ ਖੇਤੀ ਵਣਜ ਲਾਹਾ ਪਾਇਆ। ਹੰਸ ਵੰਸ ਗੁਰਸਿੱਖ, ਗੁਰਸਿੱਖ ਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।